ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਲਖਵਿੰਦਰ ਸਿੰਘ ਮਾਨ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਰਾਜਨੀਤੀ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਅੱਜ ਗੱਲਬਾਤ ਕਰਾਂਗੇ ਪ੍ਰਾਈਮ ਮੁੱਦੇ ਦੇ ਵਿੱਚ। ਅਸਲ ਦੇ ਵਿੱਚ ਜੋ ਪ੍ਰਾਈਮ ਮੁੱਦਾ ਪੰਜਾਬ ਦੀ ਸਿਆਸਤ ਦੇ ਵਿੱਚ ਹੈ ਤੇ ਪੰਜਾਬ ਦੇ ਵਿੱਚ ਵਾਪਰ ਰਿਹਾ ਹੈ। ਗੱਲ ਕਰਾਂਗੇ ਬੇਅਦਬੀਆਂ ਦੀ। ਬੇਅਦਬੀਆਂ ਜੋ ਕਿ ਮੇਨ ਮੁੱਦਾ ਬਣਿਆ ਹੋਇਆ ਇਸ ਟਾਈਮ ਪੰਜਾਬ ਦਾ, ਜਿਸ ਦੇ ਨਾਲ ਜਿੱਥੇ ਸਿੱਖ ਹਿਰਦੇ ਬਲੂੰਦਰੇ ਗਏ ਨੇ ਉੱਥੇ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਗਰਮਾਹਟ ਆਈ ਹੋਈ ਹੈ। ਸਭ ਤੋਂ ਪਹਿਲਾਂ ਅੱਜ ਗੱਲਬਾਤ ਕਰਾਂਗੇ ਕੇਂਦਰੀ ਮੰਤਰੀ ਨੂੰ ਲਿਖੇ ਗਏ ਇੱਕ ਲੈਟਰ ਦੀ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਇੱਕ ਲੈਟਰ ਲਿਖਿਆ ਗਿਆ ਗਾ ਕੇਂਦਰੀ ਗ੍ਰਹਿ ਮੰਤਰੀ ਨੂੰ। ਉਸ ਦੇ ਵਿੱਚ ਵੱਡੀ ਮੰਗ ਰੱਖੀ ਗਈ ਹੈ। ਕੀ ਆ ਉਹ ਮੰਗ, ਇਸ ਬਾਰੇ ਗੱਲਬਾਤ ਕਰਾਂਗੇ ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ SGPC ਦੀ ਜੋ ਅੱਜ ਬੇਅਦਬੀ ਨੂੰ ਲੈ ਕੇ ਇੱਕ ਮੀਟਿੰਗ ਹੋਈ ਸੀ। ਸੋ ਉਸ ਦੇ ਵਿੱਚ ਕਿਹੜੇ ਕਿਹੜੇ ਫੈਸਲੇ ਲਏ ਗਏ ਨੇ ਤੇ ਫੈਸਲਿਆਂ ਉੱਪਰ ਕਦੋਂ ਤੱਕ ਤਾਮੀਲ ਕੀਤੀ ਜਾਊਗੀ, ਇਸ ਬਾਰੇ ਗੱਲਬਾਤ ਕਰਾਂਗੇ। ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਉੱਘੇ ਰਾਜਨੀਤੀ ਸ਼ਾਸਤਰ ਦੇ ਵਿਦਵਾਨ ਡਾਕਟਰ ਪ੍ਰੋਫੈਸਰ ਕੁਲਦੀਪ ਸਿੰਘ ਜੀ। ਸੋ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਡਾਕਟਰ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਲਖਵਿੰਦਰ ਸਿੰਘ ਜੀ। ਸੋ ਡਾਕਟਰ ਸਾਹਿਬ, ਜੇਕਰ ਹੁਣ ਆਪਾਂ ਗੱਲ ਕਰੀਏ ਪਿਛਲੇ 3-4 ਦਿਨਾਂ ਦੀ ਪੰਜਾਬ ਦੇ ਵਿੱਚ, ਭਾਵੇਂ ਕਿ ਬੇਅਦਬੀ ਦੇ ਜੋ ਕਾਂਡ ਨੇ ਪਹਿਲਾਂ ਤੋਂ ਵੀ ਇਹ ਸਿੱਖਾਂ ਨੂੰ ਬਲੂੰਦਰਦੇ ਆ ਰਹੇ ਨੇ, ਹਿਰਦੇ ਬਲੂੰਦਰਦੇ ਰਹੇ ਨੇ, ਲੇਕਿਨ ਪਿਛਲੇ 3-4 ਦਿਨ ਦੀ ਗੱਲ ਕਰੀਏ ਤਾਂ ਇਹ ਘਟਨਾਵਾਂ ਹਰ ਰੋਜ਼ ਵਾਪਰਨੇ ਸ਼ੁਰੂ ਹੋਈਆਂ ਸੀ। ਭਾਵੇਂ ਕਿ ਜੋ ਪਿਛਲੀਆਂ ਘਟਨਾਵਾਂ ਨੇ ਉਹਨਾਂ ਦੇ ਉੱਪਰ ਵੀ ਸਰਕਾਰਾਂ ਦੇ ਵੱਲੋਂ ਅਜੇ ਤੱਕ ਕਿਸੇ ਤਰ੍ਹਾਂ ਦਾ ਕੋਈ ਐਕਸ਼ਨ ਨਹੀਂ ਲਿਆ ਗਿਆ। ਪੀੜਤ ਪਰਿਵਾਰ ਅੱਜ ਵੀ ਧਰਨੇ ਲਗਾ ਰਹੇ ਨੇ। ਉਹਨਾਂ ਬੇਅਦਬੀਆਂ ਦੇ ਉੱਪਰ ਅਜੇ ਤੱਕ ਕੋਈ ਕਾਰਵਾਈ ਸਰਕਾਰ ਦੇ ਵੱਲੋਂ ਨਹੀਂ ਹੋਈ। ਭਾਵੇਂ ਕਿ ਕਾਗਜ਼ੀ ਤੌਰ ਤੇ ਦਿਖਾਵੇ ਬੜੇ ਕੀਤੇ ਜਾ ਰਹੇ ਨੇ, ਲੇਕਿਨ ਅਸਲ ਦੇ ਵਿੱਚ ਸੱਚਾਈ ਕੋਹਾਂ ਦੂਰ ਹੈ। ਹੁਣ ਜੇ ਆਪਾਂ ਗੱਲ ਕਰੀਏ, ਜੋ ਪਿਛਲੇ ਦਿਨ ਹਰਿਮੰਦਰ ਸਾਹਿਬ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਸੀ ਜਿੱਥੇ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਉਸ ਦੌਰਾਨ ਸਿੱਖ ਸੰਗਤ ਦੇ ਵੱਲੋਂ ਕੋਸ਼ਿਸ਼ ਕਰਨ ਵਾਲੇ, ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ, ਜਿਹਦੇ ਉੱਪਰ ਵੀ ਬਹੁਤ ਜ਼ਿਆਦਾ ਸਿਆਸਤ ਹੁੰਦੀ ਹੋਈ ਨਜ਼ਰ ਆ ਰਹੀ ਹੈ। ਇਸ ਨੂੰ ਦੇਖਦੇ ਹੋਏ, ਇਹਨਾਂ ਸਾਰਿਆਂ ਜੇ ਬੇਅਦਬੀ ਦੇ ਘਟਨਾਵਾਂ ਨੂੰ ਦੇਖਦੇ ਹੋਏ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਨੂੰ ਇੱਕ ਲੈਟਰ ਲਿਖਿਆ ਗਿਆ ਜਿਹਦੇ ਵਿੱਚ 2018 ਦੇ ਬਿੱਲ ਦੀ ਗੱਲ ਕੀਤੀ ਗਈ ਹੈ ਤੇ ਨਾਲ ਨਾਲ ਉਸ ਬਿੱਲ ਨੂੰ ਜੋ ਕਿ ਰਾਸ਼ਟਰਪਤੀ ਕੋਲੇ ਲੰਬਿਤ ਹੈ ਉਸ ਨੂੰ ਪ੍ਰਵਾਨਗੀ ਦੀ ਗੱਲ ਕਰੀ ਹੈ। ਕਿਵੇਂ ਦੇਖ ਰਹੇ ਹੋ ਇਸ ਪੂਰੀਆਂ ਘਟਨਾਵਾਂ ਨੂੰ ਤੇ ਇਸ ਲੈਟਰ ਨੂੰ ਜੋ ਕਿ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਨੂੰ ਲਿਖਿਆ ਗਿਆ ਤੇ ਇਹਦਾ ਪਿੱਠਵਰਤੀ ਇਹਦੀ ਕੀ ਹੈ ਜੀ? ਕਿਸ ਤਰ੍ਹਾਂ ਦਾ ਇਸ ਇਤਿਹਾਸ ਆ ਇਹਨਾਂ ਸਾਰੇ ਬਿੱਲਾਂ ਦਾ? ਲਖਵਿੰਦਰ, ਜਿਹੜੀ ਬੇਅਦਬੀ ਦੀਆਂ ਘਟਨਾਵਾਂ ਪੰਜਾਬ ਵਿੱਚ ਬਹੁਤ ਪੁਰਾਣੀਆਂ ਨੇ। ਜਿਹੜੀ ਕੁਝ ਦਿਨ ਪਹਿਲਾਂ ਪਰਸੋਂ ਦਰਬਾਰ ਸਾਹਿਬ ਇਹ ਬੇਅਦਬੀ ਦੀ ਘਟਨਾ ਹੋਈ ਹੈ, ਇਹਨਾਂ ਤੇ ਖੈਰ ਸਿੱਖ ਜਗਤ ਦੀਆਂ ਜਿਹੜੀਆਂ ਸੈਂਟੀਮੈਂਟਸ ਨੂੰ ਬਿਲਕੁਲ ਵਿਰੋਧ ਕੇ ਰੱਖ ਦਿੱਤਾ ਹੈਗਾ। ਪਰੰਤੂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜਾ ਇਹ ਗੁਰੂ ਮਹਾਰਾਜ ਸਾਹਿਬ ਦੀ ਬੇਅਦਬੀ ਦਾ ਸਿਲਸਿਲਾ ਇਹ ਬਹੁਤ ਪੁਰਾਣਾ, ਇਹ ਘਟਨਾਵਾਂ ਬਹੁਤ ਦੇਰ ਤੋਂ ਹੋ ਰਹੀਆਂ ਨੇ। ਪਰ ਮੈਂ ਗੱਲ ਸ਼ੁਰੂ ਕਰਾਂਗਾ 2015 ਦੇ ਇਰਦ ਗਿਰਦ ਤੋਂ। ਇਹ ਜਿਹੜਾ ਸਿਲਸਿਲਾ ਪੰਜਾਬ ਵਿੱਚ, ਜਿਸ ਸਿਲਸਿਲੇ ਵਿੱਚ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਪੰਜਾਬ ਸਰਕਾਰ ਨੇ 2018 ਵਿੱਚ ਇੰਡੀਅਨ ਪੈਨਲ ਕੋਡ ਵਿੱਚ ਤਬਦੀਲੀ ਕਰਕੇ ਉਮਰ ਕੈਦ ਦੀ ਸਜ਼ਾ ਦੀ ਵਿਵਸਥਾ ਕਰਕੇ ਅਮੈਂਡਮੈਂਟ ਕਰਕੇ ਕੇਂਦਰ ਸਰਕਾਰ ਨੂੰ ਭੇਜੀ। ਮੈਂ ਤੁਹਾਨੂੰ ਇਸ ਗੱਲ ਦਾ ਪਿਛੋਕੜ ਦੱਸਦਾ। ਪਿਛੋਕੜ ਹੈਗਾ, ਜਿਹੜੀ ਅਕਾਲੀ ਦਲ ਦੀ 2017 ਤੋਂ ਪਹਿਲਾਂ ਦੀ ਸਰਕਾਰ ਸੀ, ਉਹਦੇ ਦੌਰਾਨ 2015 ਵਿੱਚ ਬੁਰਜ ਜਵਾਹਰ ਸਿੰਘ ਵਾਲਾ ਦੇ ਇਰਦ ਗਿਰਦ ਗੁਰਦੁਆਰਾ ਸਾਹਿਬ ਚੋਂ ਮਹਾਰਾਜ ਸਾਹਿਬ ਦੀ ਬੀੜ ਚੋਰੀ ਕੀਤੀ ਗਈ। ਫਿਰ ਉੱਥੇ ਪੋਸਟਰ ਲਾਏ ਗਏ ਇੱਕ ਖਾਸ ਫਿਰਕੇ ਵੱਲੋਂ ਕਿ ਜੇ ਸਾਡੀ ਗੱਲ ਨਾ ਮੰਨੀ ਗਈ ਅਸੀਂ ਮਹਾਰਾਜ ਸਾਹਿਬ ਦੇ ਵਰਕੇ ਪਾੜ ਕੇ ਖਿਲਾਰ ਦੇਵਾਂਗੇ। ਫਿਰ ਮਹਾਰਾਜ ਸਾਹਿਬ ਦੇ ਵਰਕੇ ਖਿਲਰੇ ਹੋਏ ਉੱਥੋਂ ਮਿਲੇ। ਸੋ ਇਹ ਬੇਅਦਬੀ ਦਾ ਸਿਲਸਿਲਾ ਵੱਡੇ ਤੌਰ ਤੇ ਉਦੋਂ ਸ਼ੁਰੂ ਹੋ ਗਿਆ ਸੀ। ਉਸ ਤੋਂ ਬਾਅਦ ਜਿਹੜੀ 2017 ਦੀ ਇਲੈਕਸ਼ਨ ਸੀਗੀ, 2017 ਦੀ ਇਲੈਕਸ਼ਨ ਅਕਾਲੀ ਦਲ ਨੇ ਇਸ ਕਰਕੇ ਹਾਰੀ ਕਿ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਮਹਾਰਾਜ ਸਾਹਿਬ ਦੀ ਬੇਅਦਬੀ ਹੋਈ ਤੇ ਅਕਾਲੀ ਦਲ ਸਿੱਖ ਪਾਰਟੀ ਹੁੰਦੇ ਹੋਏ ਇਸ ਗੱਲ ਨੂੰ ਕੋਈ ਵਧੀਆ ਤਰੀਕੇ ਨਾਲ ਡਿਫੈਂਡ ਨਹੀਂ ਕਰ ਸਕੀ। ਦੂਜੀ, ਅਕਾਲੀ ਦਲ ਨੇ ਉਸ ਫਿਰਕੇ ਨੂੰ ਤੋਂ ਜਿਹੜਾ ਹੁਕਮਨਾਮਾ ਸੀਗਾ ਅਕਾਲ ਤਖਤ ਦਾ ਵਾਪਸ ਕਰਵਾਇਆ, ਜਿਸ ਫਿਰਕੇ ਤੇ ਸਭ ਤੋਂ ਵੱਡਾ ਸ਼ੱਕ ਜਾਂਦਾ ਸੀਗਾ ਕਿ ਉਹਨਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ। ਸੋ 2017 ਦੀ ਇਲੈਕਸ਼ਨ ਅਕਾਲੀ ਦਲ ਇਸ ਕਰਕੇ ਹਾਰ ਗਿਆ ਕਿ ਅਕਾਲੀ ਦਲ ਦੀ ਪਹਿਲਾਂ ਸਰਕਾਰ ਦੇ ਕਾਰਜਕਾਲ ਦੌਰਾਨ ਬੇਅਦਬੀ ਹੋਈ ਔਰ ਉਹ ਬੇਅਦਬੀ ਦਾ ਕੋਈ ਖਾਸ ਹੱਲ ਨਹੀਂ ਲੱਭ ਸਕੇ, ਬੰਦਿਆਂ ਨੂੰ ਆਇਡੈਂਟੀਫਾਈ ਨਹੀਂ ਕਰ ਸਕੇ, ਸਜ਼ਾ ਨਹੀਂ ਦੇ ਸਕੇ। ਇਸ ਕਰਕੇ 2017 ਵਿੱਚ ਕਾਂਗਰਸ ਨੇ ਬਹੁਤ ਵੱਡੇ ਲੈਵਲ ਤੇ ਬੇਅਦਬੀ ਦਾ ਮੁੱਦਾ ਰੇਜ਼ ਕੀਤਾ ਤੇ ਅਕਾਲੀ ਦਲ ਨੂੰ ਬਿਲਕੁਲ ਕਾਰਨਰ ਕੀਤਾ
ਕਿਹਾ ਇਹ ਜਾਂਦਾ ਹੈ ਕਿ ਜਿਹੜੀ 2017 ਦੀ ਇਲੈਕਸ਼ਨ ਵਿੱਚ ਕਾਂਗਰਸ ਨੇ ਵੱਡੀ ਜਿੱਤ ਹਾਸਲ ਕੀਤੀ, ਉਹਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਸੀ। ਕਿਹੜਾ ਕਾਰਨ? ਕਿ ਉਸ ਵੇਲੇ ਦੀ ਅਕਾਲੀ ਦਲ ਸਰਕਾਰ ਆਪਣੇ ਆਪ ਨੂੰ ਇਸ ਮੁੱਦੇ ਤੇ ਡਿਫੈਂਡ ਨਹੀਂ ਕਰ ਸਕੀ। ਹੁਣ 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 ਕਾਂਗਰਸ ਦੀ ਸਰਕਾਰ ਆ ਗਈ ਤੇ ਕਾਂਗਰਸ ਸਰਕਾਰ ਨੂੰ ਵੀ ਬੇਅਦਬੀ ਮੁੱਦੇ ਤੇ ਕੋਈ ਬਹੁਤ ਵੱਡੀ ਸਫਲਤਾ ਨਹੀਂ ਮਿਲੀ ਅਜੇ ਤੱਕ। ਚਲੋ ਕੋਰਟ ਵਿੱਚ ਕੇਸ ਤਾਂ ਚੱਲ ਰਹੇ ਨੇ, ਸਿੱਟ ਨੇ ਇਨਵੈਸਟੀਗੇਸ਼ਨ ਕੀਤੀ ਹੈ, ਅਜੇ ਵੀ ਜਿਹੜਾ ਬੇਅਦਬੀ ਦਾ ਮੁੱਦਾ ਹੈ ਉਹਦੀ ਇਨਵੈਸਟੀਗੇਸ਼ਨ ਅਜੇ ਵੀ ਚੱਲ ਰਹੀ ਹੈ। ਕੁਝ ਇਨਵੈਸਟੀਗੇਸ਼ਨ ਪੂਰੀ ਹੋ ਗਈ, ਕੋਰਟ ਕੇਸਿਸ ਚੱਲ ਰਹੇ ਨੇ, ਪਰ ਸਜ਼ਾ ਕਿਸੇ ਨੂੰ ਨਹੀਂ ਹੋਈ। ਸੋ ਦੇਖਿਆ ਜਾਵੇ ਕਿ 5 ਸਾਲ ਦਾ ਸਮਾਂ ਪੂਰਾ ਹੋਣ ਨੂੰ ਫਿਰਦਾ ਹੈ। 5 ਸਾਲ ਦਾ ਕਿਉਂ? ਇਹ 2015 ਦੀ ਗੱਲ ਹੈਗੀ ਆ, ਹੁਣ 2021 6 ਸਾਲ ਪੁਰਾਣੀ ਗੱਲ ਹੋ ਗਈ। 6 ਸਾਲ ਲੰਘ ਜਾਣ ਦੇ ਬਾਵਜੂਦ ਬੇਅਦਬੀ ਦੇ ਮੁੱਦੇ ਤੇ ਅਜੇ ਤੱਕ ਕਿਸੇ ਨੂੰ ਸਜ਼ਾ ਨਹੀਂ ਹੋਈ। ਇਸ ਕਰਕੇ ਇੱਕ ਬੜਾ ਪੁਰਾਣਾ ਮਸਲਾ ਹੈ, ਬੜਾ ਵੱਡਾ ਮਸਲਾ ਹੈ, ਔਰ ਇਸ ਮਸਲੇ ਦੀ ਪੰਜਾਬ ਦੀ ਰਾਜਨੀਤੀ ਵਿੱਚ ਬਹੁਤ ਵੱਡੀ ਮਹੱਤਤਾ। ਕਿਉਂ ਮਹੱਤਤਾ? ਇਸ ਕਰਕੇ ਕਿ ਪੰਜਾਬ ਵਿੱਚ ਬਹੁਤ ਵੱਡੀ ਗਿਣਤੀ ਸਿੱਖਾਂ ਦੀ ਹੈ, ਜਿੱਥੇ ਜਿੱਥੇ ਧਰਮ ਤੇ ਰਾਜਨੀਤੀ ਦਾ ਬੜਾ ਨੇੜੇ ਦਾ ਸੰਬੰਧ ਮੰਨਿਆ ਜਾਂਦਾ, ਜਿੱਥੇ ਇਹ ਆਸ ਕੀਤੀ ਜਾਂਦੀ ਹੈ ਕਿ ਸੂਬੇ ਦੀ ਰਾਜਨੀਤੀ ਸਿੱਖ ਧਰਮ ਤੋਂ ਗਾਈਡੈਂਸ ਲੈ ਕੇ ਚੱਲੇਗੀ। ਸੋ ਇਹ ਗੱਲ ਸਾਰੀਆਂ ਗੱਲਾਂ ਦੱਸਦੇ ਹੋਏ ਤੁਹਾਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ 2017 ਦੀ ਚੋਣ ਦਾ ਕੰਟੈਕਸਟ ਸੀ, ਉਹਦੇ ਕਰਕੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ 2018 ਵਿੱਚ IPC ਵਿੱਚ ਅਮੈਂਡਮੈਂਟ ਕਰਕੇ ਜਿਹਦੇ ਵਿੱਚ 4 ਮੁੱਖ ਧਾਰਮਿਕ ਗ੍ਰੰਥਾਂ ਦਾ ਜ਼ਿਕਰ ਸੀਗਾ, ਗੁਰੂ ਗ੍ਰੰਥ ਸਾਹਿਬ, ਭਗਵਤ ਗੀਤਾ, ਕੁਰਾਨ ਤੇ ਇੱਕ ਹੋਰ ਸੀਗਾ ਬਾਈਬਲ, ਜੀ 4 ਮੁੱਖ ਗ੍ਰੰਥਾਂ ਦਾ ਜ਼ਿਕਰ ਸੀਗਾ। ਜਾਣੀ ਕਿ 4 ਮੁੱਖ ਗ੍ਰੰਥਾਂ ਦਾ ਜ਼ਿਕਰ ਕਰਦੇ ਹੋਏ ਇਹ ਗੱਲ ਕਹੀ ਗਈ, ਜੇ ਫਿਊਚਰ ਵਿੱਚ ਕਦੇ ਇਹਨਾਂ ਧਾਰਮਿਕ ਗ੍ਰੰਥਾਂ ਦੀ ਕੋਈ ਬੇਅਦਬੀ ਕਰਦਾ ਫੜਿਆ ਜਾਂਦਾ ਤਾਂ ਉਹਦੀ ਸਜ਼ਾ ਉਮਰ ਕੈਦ ਹੋਏਗੀ। ਜਾਣੀ ਕਿ IPC ਦੀ ਅਮੈਂਡਮੈਂਟ ਕਰਕੇ ਜਿਹੜੀ ਸਜ਼ਾ ਸੀਗੀ ਉਹਨੂੰ ਵਧਾ ਕੇ ਉਮਰ ਕੈਦ ਕਰਨ ਦੀ ਤਜਵੀਜ਼ ਕਰ ਦਿੱਤੀ ਗਈ। ਸੋ ਪੰਜਾਬ ਦੀ ਵਿਧਾਨ ਸਭਾ ਨੇ ਪਾਸ ਕਰਕੇ ਕੇਂਦਰ ਨੂੰ ਭੇਜਤਾ, ਕੇਂਦਰ ਨੇ ਉਸ ਗੱਲ ਨੂੰ ਅਜੇ ਤੱਕ ਸਵੀਕਾਰ ਨਹੀਂ ਕੀਤਾ। ਸਮੱਸਿਆ ਵਾ ਉਹਦੇ ਚ ਕਈ ਹੋ ਸਕਦੀਆਂ ਨੇ। ਪਹਿਲੀ ਗੱਲ ਇਹ ਆ ਕਿ ਜਿਵੇਂ ਭਗਵਤ ਗੀਤਾ ਨੂੰ ਸ਼ਾਮਲ ਕਰ ਰਿਹਾ, ਹਿੰਦੂਆਂ ਦੇ ਹੋਰ ਵੀ ਬੜੇ ਗ੍ਰੰਥ ਹੈਗੇ ਨੇ। ਦੂਜੀ ਚੀਜ਼ ਜਿਹੜੀ IPS ਅਮੈਂਡਮੈਂਟ ਕਿਹੜੇ ਆਪਣੇ ਸਬਜੈਕਟ ਨੂੰ ਉਦਾਹਰਨ ਬਣਾ ਕੇ ਕੀਤੀ ਗਈ ਆ, ਉਹ ਸਟੇਟ ਦਾ ਸਬਜੈਕਟ ਹੈ ਕਿ ਸੈਂਟਰ ਦਾ ਸਬਜੈਕਟ ਹੈ, ਇਹ ਕਾਰਨ ਹੋ ਸਕਦਾ। ਤੀਜੀ ਗੱਲ, ਜੇ ਤੁਸੀਂ ਇਹ 4 ਧਾਰਮਿਕ ਗ੍ਰੰਥਾਂ ਦੀ ਬੇਅਦਬੀ ਲਈ ਉਮਰ ਕੈਦ ਦੀ ਸਜ਼ਾ ਪੰਜਾਬ ਵਿੱਚ ਕਰ ਦਿੰਦੇ ਹੋ ਤੇ ਬਾਕੀ ਸੂਬਿਆਂ ਵਿੱਚ ਕੀ ਹੋਏਗਾ? ਤੇ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਆਪਣੀ ਗ੍ਰੰਥ ਸਾਹਿਬ ਪੋਥੀ ਹੈ, ਇਹ ਤਾਂ ਸਾਰੇ ਗੁਰਦੁਆਰਿਆਂ 'ਚ ਹੈ, ਗੁਰਦੁਆਰੇ ਪੰਜਾਬ ਤੋਂ ਬਾਹਰ ਵੀ ਹੈਗੇ ਨੇ। ਸੋ ਇਹ ਜਿਹੜੀਆਂ ਪੇਚੀਦਗੀਆਂ ਨੇ, ਸਮੱਸਿਆਵਾਂ ਦੇ ਹੁੰਦੇ ਹੋਏ ਉਹ ਗੱਲ ਉੱਥੇ ਦੀ ਉੱਥੇ ਖੜੀ ਹੈ। ਪਰ ਇਹ ਗੱਲ ਸੱਚ ਹੈ ਕਿ ਜਿਵੇਂ ਪੰਜਾਬ ਵਿੱਚ ਬੇਅਦਬੀ ਦੀਆਂ ਘਟਨਾਵਾਂ ਵੱਧ ਰਹੀਆਂ ਨੇ, ਲੋੜ ਇਸ ਗੱਲ ਦੀ ਹੈਗੀ ਆ ਕਿ ਸਜ਼ਾ ਇੰਨੀ ਕੀਤੀ ਜਾਵੇ ਜਿਹੜੀ ਸਜ਼ਾ ਦੋਸ਼ੀਆਂ ਲਈ ਡੈਟਰੈਂਸ ਹੁੰਦਾ ਕਿ ਜਦੋਂ ਤੁਸੀਂ ਕਿਸੇ ਵਿਅਕਤੀ ਨੂੰ ਕ੍ਰਾਈਮ ਕਰਨ ਤੋਂ ਰੋਕਦੇ ਹੋ। ਜੇ ਸਜ਼ਾ ਬਹੁਤ ਘੱਟ ਹੈ ਫਿਰ ਕ੍ਰਾਈਮ ਜ਼ਿਆਦਾ ਹੁੰਦਾ ਹੈ, ਜੇ ਸਜ਼ਾ ਜ਼ਿਆਦਾ ਹੈਗੀ ਫਿਰ ਕ੍ਰਾਈਮ ਘੱਟ ਹੁੰਦਾ। ਸੋ ਜਿਹੜੀ ਅੱਜ ਦੀ ਤੁਸੀਂ ਚਿੱਠੀ ਦੀ ਗੱਲ ਕਰਦੇ ਹੋ, ਉਸ ਚਿੱਠੀ ਵਿੱਚ ਇਹ ਗੱਲ ਠੀਕ ਕਹੀ ਗਈ ਹੈ, ਪਰ ਉਹਦੇ 'ਚ ਇੱਕ ਗੱਲ ਮਤਲਬ ਦੇਖੋ, ਰਾਜਨੀਤਿਕ ਪਾਰਟੀਆਂ ਨੇ ਤੇ ਵੋਟਾਂ ਵਾਲੇ ਪਾਸੇ ਜਾਣਾ ਹੁੰਦਾ। ਚਾਰ ਧਾਰਮਿਕ ਗ੍ਰੰਥ ਕਲੱਬ ਕਰ ਦਿੱਤੇ ਕਿ ਜੀ ਸਿੱਖਾਂ ਦੀਆਂ ਸੈਂਟੀਮੈਂਟਸ ਦਾ ਵੀ ਖਿਆਲ ਰੱਖਿਆ ਜਾਵੇ, ਹਿੰਦੂਆਂ ਦੇ ਸੈਂਟੀਮੈਂਟਸ ਦਾ ਵੀ ਖਿਆਲ ਰੱਖਿਆ ਜਾਵੇ, ਮੁਸਲਮਾਨਾਂ ਦੇ ਵੀ ਸੈਂਟੀਮੈਂਟ ਦਾ ਵੀ ਖਿਆਲ ਰੱਖਿਆ ਜਾਵੇ, ਕ੍ਰਿਸਚੀਅਨ ਦੇ ਸੈਂਟੀਮੈਂਟ ਦਾ ਵੀ ਖਿਆਲ ਰੱਖਿਆ ਜਾਵੇ। ਪਰ ਇਹ ਵੀ ਗੱਲ ਸੱਚ ਹੈਗੀ ਆ ਕਿ ਜੋ ਸਟੇਟਸ ਗੁਰੂ ਗ੍ਰੰਥ ਸਾਹਿਬ ਦਾ, ਉਹ ਬਾਕੀ ਧਰਮਾਂ ਦਾ ਉਹਨਾਂ ਦੇ ਆਪਣੇ ਮੁਤਾਬਕ, ਜਿਵੇਂ ਲਿਵਿੰਗ ਗੁਰੂ ਦਾ ਕਨਸੈਪਟ ਸਿਰਫ ਗੁਰੂ ਗ੍ਰੰਥ ਸਾਹਿਬ ਦਾ ਹੈ ਜੀ। ਸੋ ਬਾਕੀ ਧਰਮਾਂ ਦੇ ਲੋਕਾਂ ਦੇ ਆਪਣੇ ਗ੍ਰੰਥਾਂ ਦਾ ਸਤਿਕਾਰ ਆਪਣੇ ਤਰੀਕੇ ਨਾਲ ਚਲੋ ਇਸੇ ਲੈਵਲ ਦਾ ਹੈ, ਉਹ ਨਹੀਂ ਗੱਲ ਹੈਗੀ, ਪਰੰਤੂ ਜਿਹੜਾ ਲਿਵਿੰਗ ਗੁਰੂ ਦਾ ਕਨਸੈਪਟ ਹੈ ਉਹ ਸਿਰਫ ਸਿੱਖਾਂ ਦਾ। ਸੋ ਇਸ ਗੱਲ ਦਾ ਜ਼ਿਕਰ ਸੁਖਜਿੰਦਰ ਸਿੰਘ ਰੰਧਾਵਾ ਨੇ ਤੇ ਇਹ ਵੀ ਕਿਹਾ ਕਿ ਇਹ ਬਾਰਡਰ ਸਟੇਟ ਹੈਗਾ, ਇਹ ਵੀ ਗੱਲ ਸੱਚ ਹੈਗੀ ਹੈ ਹਾਂਜੀ। ਪਰੰਤੂ ਜਦੋਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰ ਕੇ ਜਾਂ ਬੇਅਦਬੀ ਕਰਨ ਦੇ ਮੁੱਦੇ ਤੇ ਸਜ਼ਾ ਦੀ ਗੱਲ ਹੋਏਗੀ ਨਾ, ਫਿਰ ਆਲ ਇੰਡੀਆ ਲੈਵਲ ਤੇ ਪਨਿਸ਼ਮੈਂਟ ਸੇਮ ਹੋਏਗੀ, ਅਲੱਗ-ਅਲੱਗ ਨਹੀਂ ਹੋ ਸਕਦੀ। ਜਾਣੀ ਕਿ ਇੰਡੀਅਨ ਪੈਨਲ ਕੋਡ ਇਹ ਨਹੀਂ ਕਰ ਸਕਦਾ ਕਿ ਇੱਕ ਸੂਬੇ ਵਿੱਚ ਸਜ਼ਾ ਜ਼ਿਆਦਾ ਹੋਵੇ, ਦੂਜੇ ਵਿੱਚ ਸਜ਼ਾ ਘੱਟ। ਪਰ ਇਹ ਸੱਚ ਹੈ ਕਿ ਇਸ ਮੂਵ ਤੋਂ ਬਾਅਦ ਸੈਂਟਰ ਦੀ ਸਰਕਾਰ ਨੂੰ ਇਸ ਚਿੱਠੀ ਦਾ ਨੋਟ ਲੈ ਕੇ ਇਸ ਗੱਲ ਪਾਸੇ ਤੁਰਨਾ ਚਾਹੀਦਾ ਕਿ
ਕਿ ਇਸ ਕਿਸਮ ਦੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਜ਼ਾ ਵਧਾਈ ਜਾਵੇ ਤਾਂ ਕਿ ਸਜ਼ਾ ਮੈਂ ਵੈਸੇ ਇਹ ਵੀ ਗੱਲ ਕਹਾਂਗਾ ਕਿ ਸਭ ਤੋਂ ਵੈਸੇ ਜਿਹੜੀ ਬੇਅਦਬੀ ਦੀ ਘਟਨਾ ਦਰਬਾਰ ਸਾਹਿਬ 'ਚ ਹੋਈ, ਉਸ ਤੋਂ ਬਾਅਦ ਇਹ ਗੱਲ ਹੋਰ ਵੀ ਜ਼ਾਹਰ ਹੋ ਜਾਂਦੀ ਹੈ ਕਿ ਇੱਕ ਇਹ ਐਸੀ ਘਟਨਾ ਹੈ, ਇਸ ਤਰੀਕੇ ਨਾਲ ਇਹ ਘਟਨਾ ਹੋਈ ਹੈ। ਦੇਖੋ ਨਾ ਲਖਵਿੰਦਰ, ਪੰਜਾਬ ਵਿੱਚ ਕੋਈ ਬੰਦਾ ਤੁਹਾਨੂੰ ਨਹੀਂ ਮਿਲੇਗਾ ਜਿਹਦੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਆਸਥਾ ਨਾ ਹੋਵੇ। ਅੱਜ ਤੋਂ ਲਗਭਗ 100 ਸਾਲ ਪਹਿਲਾਂ ਨਾ ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਕਵਿਤਾ ਲਿਖੀ ਸੀ, ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਸਾਰਾ ਜੀਂਦਾ ਗੁਰੂ ਦੇ ਨਾਮ ਤੇ। 100 ਸਾਲ ਪੁਰਾਣੀ, ਲਗਭਗ 100 ਸਾਲ ਪੁਰਾਣੀ ਇਹ ਕਵਿਤਾ ਹੈ। ਜਿਹੜਾ ਪੰਜਾਬ ਗੁਰੂ ਦੇ ਨਾਮ ਤੇ ਜੀਂਦਾ ਹੈ, ਉਸ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਇਸ ਸਕੇਲ ਤੇ ਹੋਣ, ਇਹ ਬੜੀ ਹੈਰਾਨੀ ਵਾਲੀ ਗੱਲ ਹੈ। ਸੋ ਇਸ ਕਰਕੇ ਲੋੜ ਇਹ ਬਣ ਜਾਂਦੀ ਹੈ ਕਿ ਪਤਾ ਲਾਇਆ ਜਾਵੇ ਕਿ ਕੌਣ ਕਰ ਰਿਹਾ ਹੈ, ਕੌਣ ਕਰਵਾ ਰਿਹਾ ਹੈ, ਕਿਹੜਾ ਉਹ ਫਿਰਕਾ ਹੈ, ਕਿਹੜੀ ਉਹ ਏਜੰਸੀ ਹੈ, ਕਿਹੜੇ ਉਹ ਲੋਕ ਨੇ ਜਿਹੜੇ ਇਹਨਾਂ ਲੋਕਾਂ ਨੂੰ ਇਹੋ ਜਿਹੇ ਘਿਨਾਉਣੇ ਕੰਮ ਕਰਨ ਲਈ ਮਨਾ ਲੈਂਦੇ ਨੇ। ਕਿਹੜੀ ਟ੍ਰੇਨਿੰਗ ਹੈ ਇਹ? ਜਿਹੜੀ ਚੀਜ਼ ਹੈ ਨਾ, ਇਹਨੂੰ ਆਇਡੈਂਟੀਫਾਈ ਕਰਨ ਲਈ ਸੈਂਟਰ ਦੀਆਂ ਏਜੰਸੀਆਂ ਦਾ ਵੀ ਰੋਲ ਹੈ ਜੀ। ਜੇ ਫਾਰ ਐਗਜ਼ਾਮਪਲ ਇਸ ਕਿਸਮ ਦੀਆਂ ਗੱਲਾਂ ਸੂਬੇ ਤੋਂ ਬਾਹਰ ਤੋਂ ਓਰੀਜਨੇਟ ਹੁੰਦੀਆਂ ਨੇ, ਫਿਰ ਜਿਹੜੀ ਇਨਵੈਸਟੀਗੇਸ਼ਨ ਹੈ ਉਹਦੇ ਤਾਂ ਜਿਹੜੀਆਂ ਸੈਂਟਰ ਦੀਆਂ ਏਜੰਸੀਆਂ ਨੇ ਉਹਨਾਂ ਦਾ ਬਹੁਤ ਵੱਡਾ ਰੋਲ ਹੈ। ਸੋ ਇਸ ਕਰਕੇ ਚਾਹੇ ਪੰਜਾਬ ਨੇ ਉਹ ਸਜ਼ਾ ਪ੍ਰਪੋਜ਼ ਕਰਕੇ ਭੇਜੀ ਆ, ਉਹਦੇ ਪਿੱਛੇ ਕਈ ਸਮੱਸਿਆਵਾਂ ਨੇ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ। ਨਾਲ ਇਹ ਵੀ ਗੱਲ ਹੈਗੀ ਆ ਕਿ ਜੇ ਹੁਣ ਇਹ ਘਟਨਾਵਾਂ ਦਾ ਓਰੀਜਨ ਪੰਜਾਬ ਤੋਂ ਬਾਹਰ ਹੁੰਦਾ, ਫਿਰ ਤੇ ਕੇਂਦਰ ਦੀਆਂ ਜਿਹੜੀਆਂ ਏਜੰਸੀਜ਼ ਪੰਜਾਬ ਦੀਆਂ ਏਜੰਸੀਜ਼ ਨਾਲ ਮਿਲ ਕੇ ਕੰਮ ਕਰਨ, ਫਿਰ ਹੀ ਪਤਾ ਲੱਗੇਗਾ ਕਿਹੜੇ ਉਹ ਲੋਕ ਨੇ ਜਿਹੜੇ ਪੰਜਾਬ ਵਿੱਚ ਇਸ ਕਿਸਮ ਦੀਆਂ ਘਟਨਾਵਾਂ ਘਿਨਾਉਣ ਵਿੱਚ ਸਫਲ ਹੋ ਜਾਂਦੇ ਨੇ। ਜਦ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਜਿਹੜਾ ਸਤਿਕਾਰ ਹੈ, ਜਿਹੜੀ ਆਸਥਾ ਹੈ, ਮਾਨਤਾ ਹੈ, ਉਹ ਕਿਸੇ ਇੱਕ ਫਿਰਕੇ ਤੱਕ ਮਹਿਦੂਦ ਨਹੀਂ ਹੈਗੀ। ਉਹ ਸਾਰੇ ਲੋਕਾਂ ਦੇ ਮਨਾਂ ਵਿੱਚ ਉਹ ਸਤਿਕਾਰ ਹੈਗਾ। ਸੋ ਇਹੋ ਜਿਹੇ ਸੂਬੇ ਵਿੱਚ ਇਹ ਘਟਨਾਵਾਂ ਹੋਣ ਤੇ ਇਹ ਗੱਲ ਬੜੀ ਇੱਕ ਤਰ੍ਹਾਂ ਦਾ ਇੰਟਰੀਗ ਬਣ ਜਾਂਦੀ ਹੈ, ਇੱਕ ਤਰ੍ਹਾਂ ਦਾ ਮਿਸਟਰੀ ਬਣ ਜਾਂਦੀ ਹੈ। ਉਹਨੂੰ ਸੋਲਵ ਕਰਨਾ ਬਹੁਤ ਜ਼ਰੂਰੀ ਹੈ। तो डॉक्टर साहब, जिवें चिट्ठी तो अज लिखती रंधावा साहब ने भी सजा जो बिल पेंडिंग पे ने उन्होंने बिलों को पास कराया जाए, लेकिन दूसरे पासे गल यह है भी जो पंजाब सरकार अपनी जिम्मेदारी तो भजदी हुई नजर आ रही है। पहला जिवें तुसीं गल कीती है भी घटनावां 2015 के नेड़े तेड़े शुरू हो चुकियां सी, उदों अकाली सरकार सी ते हुण तकरीबन 5 साल हो चले ने कांग्रेस सरकार है। इन्हां दो मुद्दों के उपर बेअदबी कांड नूं मेन मुद्दा बनाया कि 2017 दे विच, जिथे कि डिफेंड नहीं कर सकी अकाली सरकार ते कुर्सी गई, दूसरे पासे कांग्रेस नूं कुर्सी मिली। लेकिन वही हालात फिर ने की कारण है भी हुण तक सरकार, चाहे अकाली सरकार है चाहे कांग्रेस सरकार है, सजावां देने तो सजावां तो दित्ते जाणियां ना जे आइडेंटिफाई होएंगे भी मुजरम कौन ने, किन्हां ने क्राइम कीते ने, अज तक आइडेंटिफाई क्यों नहीं हो सके जी? किवें देख रहे हो सरकारां दी आखिर मंशा की है? देखो गल यह है कि ये आम तौर पर आपां देखते हैं पोलिटिकल पार्टीज जदों धार्मिक मुद्दिआं नूं अपनी राजनीति लई वरतदियां ने, ਜਿਹੜੇ ਲੋਕ ਵਰਤਦੇ ਨੇ ਉਹਨਾਂ ਲਈ ਉਹ ਆਸਥਾ ਦਾ ਸਵਾਲ ਘੱਟ ਹੁੰਦਾ, ਧਾਰਮਿਕ ਗੱਲ ਘੱਟ ਹੁੰਦੀ ਹੈ, ਰਾਜਨੀਤਿਕ ਗੱਲ ਜ਼ਿਆਦਾ ਹੁੰਦੀ ਹੈ। ਜਿਹੜੇ ਸਾਡੇ ਵਰਗੇ ਲੋਕ ਨੇ, ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਧਾਰਮਿਕ ਆਸਥਾ ਨਾਲ ਵੇਖਦੇ ਹਾਂ, ਸ਼ਰਧਾ ਨਾਲ ਵੇਖਦੇ ਹਾਂ। ਉਹ ਲੋਕ ਧਰਮ ਨੂੰ ਰਾਜਨੀਤੀ ਲਈ ਯੂਜ਼ ਕਰਦੇ ਨੇ। ਸੋ ਹੁੰਦਾ ਕੀ ਹੈ, ਹਰ ਪਾਰਟੀ ਜਦੋਂ ਧਰਮ ਦੀ ਗੱਲ ਕਰਦੀ ਹੈ, ਜਿਸ ਧਰਮ ਨੂੰ ਉਹ ਰਾਜਨੀਤੀ ਲਈ ਇਸਤੇਮਾਲ ਕਰਦੇ ਨੇ, ਫਿਰ ਉਹ ਇਹੋ ਜਿਹੀਆਂ ਗੱਲਾਂ ਕਹਿ ਦਿੰਦੇ ਨੇ ਜਿਹੜੀਆਂ ਗੱਲਾਂ ਨੂੰ ਕਾਨੂੰਨ ਦੇ ਸਾਹਮਣੇ ਐਸਟੈਬਲਿਸ਼ ਨਹੀਂ ਕੀਤਾ ਜਾ ਸਕਦਾ, ਜਿਨ੍ਹਾਂ ਨੂੰ ਆਧਾਰ ਬਣਾ ਕੇ ਸਜ਼ਾ ਨਹੀਂ ਦਵਾਈ ਜਾ ਸਕਦੀ। ਜਾਣੀ ਕਿ ਕੋਰਟ ਨੇ ਤਾਂ ਤੁਸੀਂ ਜਿੱਡੇ ਮਰਜ਼ੀ ਇਲਜ਼ਾਮ ਲਾ ਦਿਓ, ਕੋਰਟ ਨੇ ਅਲਟੀਮੇਟਲੀ ਜੇ ਤੁਸੀਂ ਕੋਰਟ ਵਿੱਚੋਂ ਸਜ਼ਾ ਦਿਵਾਉਣੀ ਆ, ਕੋਰਟ ਨੇ ਉਹ ਐਵੀਡੈਂਸ ਵੇਖਣਾ ਜਿਸ ਐਵੀਡੈਂਸ ਨੂੰ ਕੋਰਟ ਜਿਹੜੀ ਆ ਉਹ ਕ੍ਰੈਡੀਬਲ ਮੰਨਦੀ ਹੈ, ਸਸਟੇਨੇਬਲ ਮੰਨਦੀ ਹੈ। ਤੇ ਸੋ ਉਸ ਕਿਸਮ ਦਾ ਐਵੀਡੈਂਸ ਤੁਸੀਂ ਜਨਰੇਟ ਨਹੀਂ ਕਰਦੇ। ਜਿਵੇਂ ਹੁਣ ਤੁਸੀਂ ਦੇਖੋ ਨਾ, ਐਡੀ ਵੱਡੀ ਮੰਦਭਾਗੀ ਘਟਨਾ ਹੋਈ ਤੇ ਸੰਗਤ ਨੇ ਉਸ ਵਿਅਕਤੀ ਨੂੰ ਮਾਰ ਦਿੱਤਾ, ਚਲੋ ਉਹਨਾਂ ਦੀ ਆਪਣੀ ਸ਼ਰਧਾ ਹੈਗੀ ਆ, ਪਰੰਤੂ ਉਸ ਵਿਅਕਤੀ ਦੀ ਕੋਈ ਇਨਵੈਸਟੀਗੇਸ਼ਨ ਨਹੀਂ ਹੋਈ, ਉਹ ਕਿੱਥੋਂ ਆਇਆ, ਉਹਨੂੰ ਕਿਹਨੇ ਭੇਜਿਆ, ਉਹਦਾ ਕੀ ਮਕਸਦ ਸੀਗਾ, ਇਹ ਸਾਰੀ ਗੱਲ ਉੱਥੇ ਦੀ ਉੱਥੇ ਰਹਿ ਜਾਏਗੀ। ਜਿੰਨੀ ਦੇਰ ਤੱਕ ਇਸ ਪਾਸੇ ਤੁਰ ਕੇ ਤੁਸੀਂ ਐਵੀਡੈਂਸ ਨਹੀਂ ਲੱਭ ਲੈਂਦੇ, ਉਨੀ ਦੇਰ ਤੱਕ ਜਿਹੜੀ ਆਪਾਂ ਸਜ਼ਾ ਦਿਵਾਉਣ ਦੀ ਗੱਲ ਕਰਦੇ ਆ ਨਾ, ਸਜ਼ਾ ਤਾਂ ਬੇਸਿਕਲੀ ਆਪਾਂ ਨੇ
ਸੰਵਿਧਾਨ ਦੇ ਮੁਤਾਬਕ ਚੱਲਦੇ ਹੋਏ ਇਸ ਮੁਲਕ ਦੀ ਕਚਹਿਰੀਆਂ ਤੋਂ ਕੋਰਟ ਕੋਲੋਂ ਹੀ ਦਵਾਉਣੀ ਆ ਨਾ। ਸਜ਼ਾ ਤਾਂ ਨਿਆਂਪਾਲਕਾਂ ਨੇ ਦੇਣੀ ਆ। ਸੋ ਨਿਆਂਪਾਲਕਾਂ ਦੀਆਂ ਨਜ਼ਰਾਂ ਵਿੱਚ ਜਿਹੜਾ ਐਵੀਡੈਂਸ ਹੈਗਾ ਉਹ ਤੁਸੀਂ ਜਨਰੇਟ ਨਹੀਂ ਕਰਦੇ, ਗੱਲਾਂ ਤੁਸੀਂ ਕਰਦੇ ਰਹਿੰਦੇ ਹੋ। ਸੋ ਇਸ ਕਰਕੇ ਪੋਲੀਟੀਕਲ ਪਾਰਟੀਜ਼ ਗੱਲਾਂ ਕਰ ਦਿੰਦੀਆਂ ਨੇ, ਇਸ਼ੂ ਬਣਾ ਲੈਂਦੀਆਂ ਨੇ, ਇਸ਼ੂ ਬਣਾ ਕੇ ਚੋਣ ਜਿੱਤ ਲੈਂਦੀਆਂ ਨੇ। ਸਾਡੇ ਵਰਗੇ ਲੋਕਾਂ ਦੀ ਇਹ ਆਸ ਬਣ ਜਾਂਦੀ ਹੈ ਕਿ ਇਸ ਪਾਰਟੀ ਨੇ ਵਾਅਦਾ ਕੀਤਾ ਸੀ ਜੀ, ਇਸ ਕਰਕੇ ਇਹ ਜਿਹੜੇ ਲੋਕਾਂ ਨੇ ਬੇਅਦਬੀ ਕੀਤੀ ਹੈ ਉਹਨਾਂ ਨੂੰ ਸਜ਼ਾ ਦਿਵਾਉਣਗੀਆਂ, ਪਰੰਤੂ ਉਸ ਕਿਸਮ ਦਾ ਐਵੀਡੈਂਸ ਜਨਰੇਟ ਨਹੀਂ ਕਰਦੀਆਂ। ਸੋ ਕਾਂਗਰਸ ਵੀ ਬਹੁਤ ਵੱਡੇ ਵਾਅਦੇ ਕਰਕੇ ਪਾਵਰ 'ਚ ਆ ਗਈ, ਕਾਂਗਰਸ ਵੀ ਕਿਸੇ ਨੂੰ ਸਜ਼ਾ ਨਹੀਂ ਦਵਾ ਸਕੀ। ਇਨਵੈਸਟੀਗੇਸ਼ਨ ਅਜੇ ਤੱਕ ਕੰਪਲੀਟ ਨਹੀਂ ਹੋਈ। ਜਿਹੜੀ ਬੇਅਦਬੀ ਵਾਲੀ ਸਿੱਟ ਹੈ ਪਰਮਾਰ ਵਾਲੀ, ਉਹ ਤਾਂ ਅਜੇ ਤੱਕ ਬਾਬਾ ਆਪਣੇ ਜਿਹੜੇ ਆਪਣੇ ਇਹਨਾਂ ਦੇ ਚੀਫ ਹੈਗੇ ਨੇ ਡੇਰੇ ਵਾਲਿਆਂ ਦੇ, ਉਹਦੀ ਅਜੇ ਤੱਕ ਇਨਵੈਸਟੀਗੇਸ਼ਨ ਕਰਦੇ ਨੇ, ਅਜੇ ਤੱਕ ਕੰਪਲੀਟ ਨਹੀਂ ਹੋਈ। ਸੋ ਇਸ ਕਰਕੇ ਮੈਂ ਤੁਹਾਨੂੰ ਕੀ ਕਹਿਣਾ ਚਾਹੁੰਦਾ ਕਿ ਪੋਲੀਟੀਕਲ ਪਾਰਟੀ ਧਰਮ ਦੀਆਂ ਗੱਲਾਂ ਕਰਕੇ, ਧਰਮ ਨੂੰ ਰਾਜਨੀਤੀ ਲਈ ਵਰਤ ਕੇ ਇਸ਼ੂ ਕ੍ਰੀਏਟ ਕਰ ਦਿੰਦੀਆਂ ਨੇ, ਪਰ ਉਸ ਇਸ਼ੂ ਨੂੰ ਕਨਕਲੂਡ ਨਹੀਂ ਕਰਦੀਆਂ। ਕਨਕਲੂਡ ਤਾਂ ਹੋਏਗਾ ਜਿਸ ਟਾਈਮ ਸਿਰ ਇਨਵੈਸਟੀਗੇਸ਼ਨ ਕੰਪਲੀਟ ਕਰਕੇ ਇਹੋ ਜਿਹਾ ਐਵੀਡੈਂਸ ਤੁਸੀਂ ਲੱਭੋ ਜਿਹੜਾ ਐਵੀਡੈਂਸ ਕੋਰਟ ਵਿੱਚ ਸਸਟੇਨ ਕਰਦਾ ਹੋਵੇ, ਫਿਰ ਹੀ ਸਜ਼ਾ ਹੋਏਗੀ ਨਾ ਜੀ। ਸੋ ਰਾਜਨੀਤੀ ਜ਼ਿਆਦਾ ਜੀ, ਸ਼ਰਧਾ ਦੀ ਗੱਲ ਕਰਦੇ ਆ, ਸ਼ਰਧਾ ਹੈ ਨਹੀਂ ਗੀ। ਲੋਕਾਂ ਦੀ ਸ਼ਰਧਾ ਹੁੰਦੀ ਹੈ, ਪੋਲੀਟੀਕਲ ਪਾਰਟੀਆਂ ਦੀ ਸ਼ਰਧਾ ਕੀ ਹੁੰਦੀ ਹੈ? ਉਹ ਤਾਂ ਧਰਮ ਦਾ ਇਸਤੇਮਾਲ ਕਰਦੇ ਨੇ। ਤੁਸੀਂ ਰੋਜ਼ ਕਹਿੰਦੇ ਹੋ ਕਿ ਧਰਮ ਤੇ ਰਾਜਨੀਤੀ ਇਨਸੈਪਰੇਬਲ ਨੇ, ਪਰ ਤੁਹਾਡੀ ਰਾਜਨੀਤੀ ਜਿਸ ਧਰਮ ਤੋਂ ਤੁਸੀਂ ਕਹਿੰਦੇ ਹੋ ਕਿ ਰਾਜਨੀਤੀ ਨੇ ਸੇਧ ਲੈਣੀ ਹੈ, ਤੁਹਾਡੀ ਰਾਜਨੀਤੀ ਉਸ ਧਰਮ ਦੇ ਮੁਤਾਬਕ ਚੱਲਦੀ ਨਹੀਂ ਜੀ। ਸੋ ਜਿਹੜੀਆਂ ਉੱਚੀਆਂ ਕਦਰਾਂ ਕੀਮਤਾਂ ਧਰਮ ਸਾਨੂੰ ਸਿਖਾਉਂਦਾ ਹੈ, ਜਿਸ ਧਰਮ ਤੋਂ ਰਾਜਨੀਤੀ ਨੇ ਸੇਧ ਲੈਣੀ ਹੈ, ਅਸੀਂ ਉਹਨਾਂ ਕਦਰਾਂ ਕੀਮਤਾਂ ਦੇ ਨੇੜੇ ਨਹੀਂ ਜਾਂਦੇ। ਸੋ ਅਸੀਂ ਧਰਮ ਦਾ ਇਸਤੇਮਾਲ ਕਰਦੇ ਹਾਂ। ਸਭ ਤੋਂ ਵੱਡਾ ਦੁਖਾਂਤ ਇਹ ਹੈ। ਸਰ ਇਹੀ ਕਾਰਨ ਹੈ ਵੀ ਅੱਜ ਐਸਜੀਪੀਸੀ ਪ੍ਰਧਾਨ ਨੂੰ, ਜੋ ਕਿ ਮੀਟਿੰਗ ਹੋਈ ਸੀ ਐਸਜੀਪੀਸੀ ਦੀ ਤੇ ਨਾਲ ਸਿੱਖ ਜਥੇਬੰਦੀਆਂ ਦੇ ਉੱਘੇ ਆਗੂਆਂ ਦੀ, ਉਹਨਾਂ ਦੀ ਮੀਟਿੰਗ ਤੋਂ ਬਾਅਦ ਇੱਕ ਬਿਆਨ ਆਏ ਨੇ ਐਸਜੀਪੀਸੀ ਪ੍ਰਧਾਨ ਦੇ ਹਰਜਿੰਦਰ ਸਿੰਘ ਧਾਮੀ ਜੀ ਦੇ ਕਿ ਅਸੀਂ ਆਪਣੀ ਸਿੱਟ ਬਣਾਵਾਂਗੇ। ਭਾਵ ਕਿ ਜੋ ਐਸਜੀਪੀਸੀ ਟਾਸਕ ਫੋਰਸ ਆ ਉਹਨਾਂ ਦੇ ਵੱਲੋਂ ਇੱਕ ਸਿੱਟ ਤਿਆਰ ਕੀਤੀ ਜਾਏਗੀ ਜੋ ਡੂੰਘਾਈ ਦੇ ਨਾਲ ਇਹਨਾਂ ਬੇਅਦਬੀ ਮਾਮਲਿਆਂ ਦੀ ਜਾਂਚ ਕਰੇਗੀ। ਕੀ ਕਾਰਨ ਹੈ ਕਿ ਉਹਨਾਂ ਦਾ ਸਰਕਾਰ ਤੋਂ ਬਿਲਕੁਲ ਵਿਸ਼ਵਾਸ ਉੱਠ ਚੁੱਕਿਆ, ਜੋ ਕਿ ਐਸਜੀਪੀਸੀ ਨੂੰ ਆਪਣੀ ਟਾਸਕ ਫੋਰਸ ਨੂੰ ਜਾਂ ਐਸਪੀਜੀ ਨੂੰ ਆਪਣੀ ਸਿੱਟ ਬਣਾਉਣੀ ਪਵੇਗੀ, ਜਦੋਂ ਕਿ ਸਿੱਟ ਸਰਕਾਰ ਵੱਲੋਂ ਅਨਾਉਂਸ ਕਰ ਦਿੱਤੀ ਗਈ ਹੈ ਹਰਮੰਦਰ ਸਾਹਿਬ ਬੇਅਦਬੀ ਮਾਮਲੇ ਨੂੰ ਲੈ ਕੇ ਵੀ। ਕਿਵੇਂ ਦੇਖ ਰਹੇ ਹੋ ਉਹਨਾਂ ਦੇ ਬਿਆਨ ਨੂੰ? ਧਾਮੀ ਸਾਹਿਬ ਜੀ ਵੱਲੋਂ ਇੱਕ ਵੱਡਾ ਬਿਆਨ ਆਇਆ ਵੀ ਸਿੱਟ ਸਾਡੀ ਆਪਣੀ ਬਣੇਗੀ, ਅਸੀਂ ਵੱਖਰੇ ਤੌਰ ਤੇ ਸਿੱਟ ਬਣਾ ਕੇ ਜਾਂਚ ਕਰਾਵਾਂਗੇ। ਹਰਜਿੰਦਰ ਸਿੰਘ ਧਾਮੀ ਦੀ ਸਟੇਟਮੈਂਟ ਮੈਂ ਵੀ ਸੁਣ ਰਿਹਾ ਸੀਗਾ। ਤੁਸੀਂ ਮੈਨੂੰ ਦੱਸੋ, ਜਿਹੜਾ ਐਡਾ ਮਤਲਬ ਬੜਾ ਇਸ ਕਿਸਮ ਦਾ ਕ੍ਰਾਈਮ ਹੈ ਜਿਹਨੂੰ ਆਪਾਂ ਬਲਾਈਂਡ ਕ੍ਰਾਈਮ ਕਹਿੰਦੇ ਆ, ਇਸ ਕਿਸਮ ਦੇ ਬਲਾਈਂਡ ਕ੍ਰਾਈਮ ਨੂੰ ਐਸਜੀਪੀਸੀ ਦੇ ਟਾਸਕ ਫੋਰਸ ਦੇ ਬੰਦੇ ਰਿਜ਼ੋਲਵ ਕਰ ਦੇਣਗੇ? ਇਸ ਕਿਸਮ ਦੇ ਕ੍ਰਾਈਮ ਨੂੰ ਤਾਂ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ, ਇਹ ਤਾਂ ਐਸਾ ਕ੍ਰਾਈਮ ਹੈ ਜਿਹੜਾ ਸੈਂਟਰ ਦੀਆਂ ਏਜੰਸੀ, ਪੰਜਾਬ ਦੀ ਏਜੰਸੀ ਦੋਨੋਂ ਮਿਲ ਕੇ ਜੇ ਇਹਦਾ ਕੋਈ ਸਰਾਖ ਲੱਭ ਲੈਣ ਕਿ ਸਾਨੂੰ ਵਾਹਿਗੁਰੂ ਅਕਾਲ ਪੁਰਖ ਦੇ ਧੰਨਵਾਦੀ ਹੋਣਾ ਚਾਹੀਦਾ। ਇਹ ਇੱਕ ਤਰ੍ਹਾਂ ਦਾ ਬਲਾਈਂਡ ਕ੍ਰਾਈਮ ਹੈ। ਵਿਅਕਤੀ ਤੁਸੀਂ ਮਾਰ ਦਿੱਤਾ ਹੈ ਜੀ, ਬਾਇਓਮੈਟ੍ਰਿਕਸ ਤੋਂ ਉਹਦਾ ਕੋਈ ਐਵੀਡੈਂਸ ਨਹੀਂ ਮਿਲਿਆ, ਮੋਬਾਈਲ ਉਹਦੇ ਕੋਲੋਂ ਨਹੀਂ ਮਿਲਿਆ ਹੈ ਜੀ, ਆਇਡੈਂਟੀ ਕਾਰਡ ਉਹਦੇ ਕੋਲੋਂ ਨਹੀਂ ਮਿਲਿਆ। ਸੋ ਟਾਸਕ ਫੋਰਸ ਕੀ ਲੱਭੇਗੀ? ਸੋ ਐਸਜੀਪੀਸੀ ਦੇ ਪ੍ਰਧਾਨ ਨੇ ਵੀ ਪੋਲੀਟੀਕਲ ਸਟੇਟਮੈਂਟ ਦੇ ਦਿੱਤੀ ਕਿ ਜਿਹੜੀ ਸਰਕਾਰ ਦੀ ਸਿੱਟ ਹੈ ਸਾਨੂੰ ਉਹਦੇ ਤੇ ਇਤਬਾਰ ਨਹੀਂ ਹੈਗਾ। ਇਤਬਾਰ ਨਹੀਂ ਹੈਗਾ, ਕਿਹੜੇ ਕਾਰਨਾਂ ਕਰਕੇ ਨਹੀਂ ਹੈਗਾ, ਇਹ ਤਾਂ ਧਾਮੀ ਸਾਹਿਬ ਜਾਣਦੇ ਨੇ। ਪਰ ਮੇਰੇ ਮੁਤਾਬਕ ਜਿਹੜੀ ਟਾਸਕ ਫੋਰਸ ਐਸਜੀਪੀਸੀ ਦੀ ਬਣੇਗੀ, ਉਹ ਟਾਸਕ ਫੋਰਸ ਇਹੋ ਜਿਹੇ ਬਲਾਈਂਡ ਜਿਹੜੀ ਇੰਸੀਡੈਂਟ ਕ੍ਰਾਈਮ ਦਾ ਕੀ ਸੁਰਾਖ ਲੱਭ ਲੇਗੀ? ਆਪੇ ਹੀ ਤਾਂ ਕਹਿ ਰਹੇ ਸੀਗੇ ਕਿ ਸਾਡੇ ਸੀਸੀਟੀਵੀ ਕੈਮਰੇ ਵਿੱਚ ਟਾਸਕ ਫੋਰਸ ਦੇ ਬੰਦਿਆਂ ਨੇ 3 ਵਾਰ ਇਸ ਵਿਅਕਤੀ ਨੂੰ ਬਾਹਰ ਕੱਢਿਆ। ਜੇ ਇੰਨੇ ਹੀ ਟਾਸਕ ਫੋਰਸ ਦੇ ਵਿਅਕਤੀ ਸੈਂਸਿਟਿਵ ਹੁੰਦੇ, ਜਿਸ ਆਦਮੀ ਨੂੰ 3 ਵਾਰ ਆਇਡੈਂਟੀਫਾਈ ਕਰਕੇ ਤੁਸੀਂ ਬਾਹਰ ਕੱਢਿਆ ਸੀ, ਉਸ ਵਿਅਕਤੀ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਿਉਂ ਨਹੀਂ ਕੀਤਾ? FIR ਕਿਉਂ ਨਹੀਂ ਦਰਜ ਕਰਾਈ? ਕਿਸੇ ਰਿਸਪੌਂਸਿਬਲ ਬੰਦੇ ਨੂੰ ਮਾਮਲਾ ਟੇਕਅਪ ਕਰਨਾ ਚਾਹੀਦਾ ਸੀ ਕਿ ਇਸ ਬੰਦੇ ਦੀ ਇਨਵੈਸਟੀਗੇਸ਼ਨ ਕਰੋ। ਯਾਦ ਕੇ ਖਾਸ ਕਰਕੇ ਜਦੋਂ ਇੱਕ ਦਿਨ ਪਹਿਲਾਂ ਇਸ ਕਿਸਮ ਦੀ ਘਟਨਾ ਪਹਿਲਾਂ ਵੀ ਹੋ ਚੁੱਕੀ ਆ। ਉਹ ਕਹਿ ਰਹੇ ਸੀਗੇ ਕਿ ਆਪਣਾ ਸਰੋਵਰ ਵਿੱਚ ਵੀ ਕਿਸੇ ਨੇ ਕੋਈ ਚੀਜ਼ ਸੁੱਟੀ ਹੈਗੀ ਹੈ, ਇਹ ਵੀ ਕਹਿ ਰਹੇ ਸੀ। ਜਦੋਂ ਇਸ ਕਿਸਮ ਦੀਆਂ ਘਟਨਾਵਾਂ ਦਰਬਾਰ ਸਾਹਿਬ ਦੇ ਅੰਦਰ ਹੋ ਰਹੀਆਂ ਨੇ, ਤੁਹਾਡੀ ਟਾਸਕ ਫੋਰਸ ਨੇ ਉਸ ਵਿਅਕਤੀ ਨੂੰ 3 ਵਾਰ ਬਾਹਰ ਕੱਢਿਆ, ਫਿਰ ਵੀ ਤੁਹਾਨੂੰ ਇਹ ਲੋੜ ਮਹਿਸੂਸ ਨਹੀਂ ਹੋਈ ਕਿ ਇਹਦੀ ਇਨਵੈਸਟੀਗੇਸ਼ਨ ਪ੍ਰੋਫੈਸ਼ਨਲ ਤਰੀਕੇ ਨਾਲ ਪੁਲਿਸ ਨੂੰ ਕਰਨੀ ਚਾਹੀਦੀ ਹੈ ਜੀ। ਸੋ ਇਸ ਕਰਕੇ ਉਹਨਾਂ ਨੇ
ਐਸਜੀਪੀਸੀ ਵੀ ਤਾਂ ਬੇਸਿਕਲੀ ਅਕਾਲੀ ਦਲ ਕੰਟਰੋਲਡ ਬੋਡੀ ਹੈ, ਇਹਨਾਂ ਦੀ ਆਪਣੀ ਪੋਲਿਟਿਕਸ ਹੈਗੀ ਆ। ਜੇ ਪੰਜਾਬ ਦੀ ਸੂਬੇ ਦੀ ਸਰਕਾਰ ਇਸ ਮੁੱਦੇ ਤੇ ਪੋਲਿਟਿਕਸ ਕਰਦੀ ਹੈ, ਉਹ ਵੀ ਪੋਲਿਟਿਕਸ ਕਰ ਸਕਦੇ ਨੇ। ਸੋ ਮੇਰੇ ਮੁਤਾਬਕ ਐਸਜੀਪੀਸੀ ਦੀ ਟਾਸਕ ਫੋਰਸ ਇਸ ਕਿਸਮ ਦੇ ਬਲਾਈਂਡ ਕ੍ਰਾਈਮ ਨੂੰ ਸੋਲਵ ਕਰਨ ਦੀ ਸਰਮੱਥਾ ਨਹੀਂ ਰੱਖਦੀ। ਉਹਨਾਂ ਨੇ ਵੀ ਇੱਕ ਤਰ੍ਹਾਂ ਦੀ ਪੋਲੀਟੀਕਲ ਸਟੇਟਮੈਂਟ ਦੇ ਦਿੱਤੀ ਹੈ। ਸੋ ਡਾਕਟਰ ਸਾਹਿਬ, ਤੁਸੀਂ ਗੱਲਬਾਤ ਕਰਨ ਲਈ ਖਾਸ ਤੌਰ ਤੇ ਧਰਮ ਨਾਲ ਜੁੜੇ ਹੋਏ ਬੇਅਦਬੀ ਮਾਮਲੇ ਉੱਪਰ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜੇ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਲਖਵਿੰਦਰ, ਸ਼ੁਕਰੀਆ। ਸੋ ਇਹ ਸਨ ਡਾਕਟਰ ਪ੍ਰੋਫੈਸਰ ਕੁਲਦੀਪ ਸਿੰਘ ਜੀ, ਜਿਨ੍ਹਾਂ ਨੇ ਧਾਰਮਿਕ ਮੁੱਦਿਆਂ ਦੀ ਗੱਲ ਕੀਤੀ ਹੈ, ਬੇਅਦਬੀਆਂ ਦੀ ਵੀ ਗੱਲ ਕੀਤੀ ਹੈ, ਤੇ ਨਾਲ ਹੀ ਨਾਲ ਬਹੁਤ ਅੱਛੇ ਤਰੀਕੇ ਦੇ ਨਾਲ ਐਨਾਲਿਸਿਸ ਕੀਤਾ ਇਹਨਾਂ ਖਬਰਾਂ ਦਾ। ਸਾਨੂੰ ਉਮੀਦ ਹੈ ਸਾਡੇ ਦਰਸ਼ਕਾਂ ਨੂੰ ਡਾਕਟਰ ਸਾਹਿਬ ਦੁਆਰਾ ਕੀਤਾ ਹੋਇਆ ਐਨਾਲਿਸਿਸ ਜ਼ਰੂਰ ਪਸੰਦ ਆਏਗਾ। ਤੁਹਾਨੂੰ ਐਨਾਲਿਸਿਸ ਕਿਸ ਤਰ੍ਹਾਂ ਲੱਗਿਆ, ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ। ਉਦੋਂ ਤੱਕ ਸਾਨੂੰ ਥੈਂਕ ਯੂ।